Hello students, my name is Kunjeet Kaur. I am lecturer biology in Government Girls Senior Secondary School Kurali, District SCS Nagar. Students, we are doing chapter 5, that is Principle of Inheritance and Variation. Today we are going to start another topic, that is pedigree analysis. So let's start. Okay students, let's continue chapter 5, that is Principles of Inheritance and Variation. Today we are going to start a new topic ਬੱਚੇ, that is pedigree analysis. ਸਟੂਡੈਂਟਸ ਆਪਾਂ ਆਲਰੇਡੀ ਮੈਂਡਲ ਕਰ ਚੁੱਕੇ ਹਾਂ, ਮੈਂਡਲ ਦੇ ਡਿਫਰੈਂਟ ਲਾਜ਼ ਕਰ ਚੁੱਕੇ ਹਾਂ। ਆਪਾਂ ਮੈਂਡਲਿਜ਼ਮ 'ਚ ਸਟੱਡੀ ਕੀਤਾ ਸੀ ਕਿ ਮੈਂਡਲ ਨੇ ਅਪਰੋਕਸੀਮੇਟਲੀ 7 ਇਅਰਸ ਪੀ ਪਲਾਂਟ 'ਤੇ ਕੰਮ ਕੀਤਾ ਸੀ ਔਰ ਥਾਊਜ਼ੈਂਡਸ ਆਫ ਪੀ ਪਲਾਂਟ ਵੈਰਾਈਟੀਜ਼ ਜਿਹੜੇ ਸੀਗੇ ਉਹਨਾਂ ਨੂੰ ਕਲਟੀਵੇਟ ਕੀਤਾ ਸੀ ਫॉर ਸਟੱਡਿੰਗ ਦਾ ਪੈਟਰਨ ਆਫ ਇਨਹੈਰੀਟੈਂਸ। ਉਹਨਾਂ ਨੇ ਟੈਸਟ ਕ੍ਰੋਸ ਕੀਤਾ, ਬੈਕ ਕ੍ਰੋਸ ਕੀਤਾ, ਰੈਸੀਪ੍ਰੋਕਲ ਕ੍ਰੋਸ ਕੀਤਾ ਟੂ ਸਟੱਡੀ ਡਿਫਰੈਂਟ ਕਰੈਕਟਰਸ। ਸੋ ਉਸ ਕੰਟਰੋਲਡ ਕੰਡੀਸ਼ਨਸ ਦੇ ਨਾਲ ਉਹਨਾਂ ਨੇ ਦੇਖਿਆ ਕਿ ਜਦੋਂ ਅੱਗੇ ਜਨਰੇਸ਼ਨ F1 ਜਨਰੇਸ਼ਨ ਆਉਂਦੇ ਹੈ, F2 ਆਉਂਦੇ ਹੈ, F3 ਆਉਂਦੇ ਹੈ, ਤਾਂ ਕਿਸ ਤਰ੍ਹਾਂ ਕੋਈ ਪਰਟੀਕੂਲਰ ਕਰੈਕਟਰ ਜੋ ਹੈ ਉਹ ਅੱਗੇ ਟ੍ਰਾਂਸਮਿਟ ਹੁੰਦਾ ਹੈ। ਬਟ ਸਟੂਡੈਂਟਸ ਅਗਰ ਆਪਾਂ ਹਿਊਮਨ ਬੀਇੰਗਸ ਦੀ ਗੱਲ ਕਰਦੇ ਹਾਂ, ਹਿਊਮਨ ਬੀਇੰਗਸ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਡਿਸਆਰਡਰਸ ਨੇ ਜੋ ਅੱਗੇ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਇਨਹੈਰਿਟ ਹੁੰਦੇ ਰਹਿੰਦੇ ਹੈ। ਬਟ ਉਸ ਨੂੰ ਸਟੱਡੀ ਕਰਨ ਵਾਸਤੇ ਆਪਾਂ ਹਿਊਮਨਸ ਦੇ ਵਿੱਚ ਸਟੂਡੈਂਟਸ ਕੰਟਰੋਲਡ ਐਕਸਪੈਰੀਮੈਂਟਸ ਨਹੀਂ ਕਰ ਸਕਦੇ। ਤਾਂ ਹਿਊਮਨਸ ਦੇ ਵਿੱਚ ਕਿਸ ਤਰ੍ਹਾਂ ਅੱਗੇ ਜਨਰੇਸ਼ਨ ਟੂ ਜਨਰੇਸ਼ਨ ਕੋਈ ਡਿਸਆਰਡਰ ਅੱਗੇ ਕਿੱਦਾਂ ਟ੍ਰਾਂਸਮਿਟ ਹੁੰਦਾ ਹੈ, ਕਿੱਦਾਂ ਉਹਦੀ ਇਨਹੈਰੀਟੈਂਸ ਹੁੰਦੀ ਹੈ, ਉਸ ਨੂੰ ਸਟੱਡੀ ਕਰਨ ਵਾਸਤੇ ਆਪਾਂ ਪੈਡੀਗਰੀ ਐਨਾਲਿਸਿਸ ਕਰਦੇ ਹਾਂ। ਸੋ ਲੈਟਸ ਸਟਾਰਟ। ਪੈਡੀਗਰੀ ਐਨਾਲਿਸਿਸ ਕੀ ਚੀਜ਼ ਹੈ ਬੱਚੇ? ਪੈਡੀਗਰੀ ਐਨਾਲਿਸਿਸ ਇੱਕ ਬਹੁਤ ਹੀ ਇੰਪੋਰਟੈਂਟ ਟੂਲ ਹੈ ਫॉर ਸਟੱਡਿੰਗ ਹਿਊਮਨ ਇਨਹੈਰਿਟਿਡ ਡਿਜ਼ੀਜ਼ਸ। ਬਾਈ ਚਾਂਸ ਕੋਈ ਕਿਸੇ ਨੂੰ ਕੋਈ ਡਿਸਆਰਡਰ ਹੈ ਔਰ ਜਦੋਂ ਅਸੀਂ ਕੋਈ ਕਲੀਨਿਕਲ ਹੈਲਪ ਲੈਂਦੇ ਹਾਂ, ਡਾਕਟਰ ਕੋਲ ਜਾਂਦੇ ਹਾਂ, ਤਾਂ ਡਾਕਟਰ ਸਾਨੂੰ ਉਸ ਪਰਟੀਕੂਲਰ ਪੇਸ਼ੈਂਟ ਦੀ ਕੇਸ ਹਿਸਟਰੀ ਪੁੱਛਦੇ ਹਨ ਕਿ ਕੀ ਫੈਮਿਲੀ ਦੇ ਵਿੱਚ ਕੋਈ ਮੈਟਰਨਲ ਸਾਈਡ 'ਤੇ ਜਾਂ ਪੈਟਰਨਲ ਸਾਈਡ 'ਤੇ ਇਸ ਤਰ੍ਹਾਂ ਦਾ ਕੋਈ ਡਿਸਆਰਡਰ ਹੈ, ਤਾਂ ਉਹ ਟਰੇਸ ਕਰਦੇ ਨੇ ਕਿ ਇਹ ਜਿਹੜਾ ਡਿਫੈਕਟ ਹੈ ਜਾਂ ਡਿਜ਼ੀਜ਼ ਹੈ ਇਹ ਕਿੱਥੋਂ ਸਟਾਰਟ ਹੋਇਆ, ਕਿੱਥੋਂ ਇਹ ਫੈਮਿਲੀ 'ਚ ਅੱਗੇ ਅੱਗੇ ਚੱਲਦਾ ਆ ਰਿਹਾ। ਤਾਂ ਕਈ ਵਾਰੀ ਪੇਰੈਂਟਸ ਨੂੰ ਹੁੰਦਾ ਹੈ, ਕਈ ਵਾਰ ਗ੍ਰੈਂਡ ਪੇਰੈਂਟਸ ਨੂੰ ਹੁੰਦਾ ਹੈ, ਕਈ ਵਾਰ ਮੈਟਰਨਲ ਸਾਈਡ ਕਿਸੇ ਨੂੰ ਹੁੰਦਾ ਹੈ। ਸੋ ਇਸ ਤਰ੍ਹਾਂ ਆਪਾਂ ਪੈਡੀਗਰੀ ਇੱਕ ਬਹੁਤ ਇੰਪੋਰਟੈਂਟ ਟੂਲ ਹੈ। ਇਸ ਦੇ ਨਾਲ ਆਪਾਂ ਕੋਈ ਵੀ ਡਿਜ਼ੀਜ਼ ਜੋ ਇਨਹੈਰਿਟ ਹੋ ਰਹੀ ਹੈ ਉਸ ਨੂੰ ਆਪਾਂ ਸਟੱਡੀ ਕਰ ਸਕਦੇ ਹਾਂ ਔਰ ਇਸ ਦੇ ਵਿੱਚ ਆਪਾਂ ਡਾਇਗਰਾਮੈਟਿਕ ਰਿਪਰੈਜ਼ੈਂਟੇਸ਼ਨ ਕਰਦੇ ਹਾਂ। ਉਸ ਦੇ ਨਾਲ ਅਸੀਂ ਫੈਮਿਲੀ 'ਚ ਰਿਲੇਸ਼ਨਸ਼ਿਪ ਸਟੱਡੀ ਕਰ ਸਕਦੇ ਹਾਂ ਔਰ ਇਸ ਦੇ ਨਾਲ ਅਸੀਂ ਮੋਡ ਆਫ ਇਨਹੈਰੀਟੈਂਸ ਦੇਖ ਸਕਦੇ ਹਾਂ ਕਿ ਕੋਈ ਡਿਸਆਰਡਰ ਹੈ ਉਹ ਆਟੋਜ਼ੋਮ ਕ੍ਰੋਮੋਜ਼ੋਮ ਕਰਕੇ ਹੈ ਜਾਂ ਸੈਕਸ ਕ੍ਰੋਮੋਜ਼ੋਮਸ ਕਰਕੇ ਹੈ ਜਾਂ ਉਹ ਡੋਮੀਨੈਂਟ ਟ੍ਰੇਟ ਹੈ, ਡੋਮੀਨੈਂਟ ਜੀਨ ਕਰਕੇ ਉਹ ਡਿਫੈਕਟ ਆ ਰਿਹਾ ਹੈ ਜਾਂ ਰਿਸੈਸਿਵ ਕਰਕੇ ਆ ਰਿਹਾ ਹੈ। ਸੋ ਇਸ ਨੂੰ ਆਪਾਂ ਬਹੁਤ ਅੱਛੀ ਤਰ੍ਹਾਂ ਇਹਦੇ ਨਾਲ ਸਟੱਡੀ ਕਰ ਸਕਦੇ ਹਾਂ। ਬੱਚੇ record, what is pedigree analysis? It is record of occurrence of traits in several generation of human family. ਅਗਰ ਹਿਊਮਨ ਫੈਮਿਲੀ ਦੇ ਵਿੱਚ ਆਪਾਂ ਕੋਈ ਡਿਫੈਕਟ ਹੈ ਉਹ ਕਿਸ ਤਰ੍ਹਾਂ ਅਕਰ ਹੋ ਰਿਹਾ ਹੈ, ਸੈਵਰਲ ਜਨਰੇਸ਼ਨ ਦੇ ਵਿੱਚੋਂ ਅੱਗੇ ਕਿਸ ਤਰ੍ਹਾਂ ਪਾਸ ਹੋ ਰਿਹਾ ਹੈ, ਉਸ ਦਾ ਜਦੋਂ ਆਪਾਂ ਇੱਕ ਰਿਕਾਰਡ ਮੇਨਟੇਨ ਕਰਦੇ ਹਾਂ ਸਟੱਡੀ ਕਰਨ ਵਾਸਤੇ ਔਰ ਉਸ ਨੂੰ ਅਸੀਂ ਪੈਡੀਗਰੀ ਐਨਾਲਿਸਿਸ ਬੋਲਦੇ ਹਾਂ। ਸੋ ਇੱਥੇ ਮੈਂ ਇੱਕ ਵਰਡ ਲਿਖਿਆ ਹੈ ਪ੍ਰੋਬੈਂਡ। ਪ੍ਰੋਬੈਂਡ ਕੀ ਹੁੰਦਾ ਹੈ? ਦ ਪਰਸਨ ਫਰੋਮ ਹੂਮ ਦ ਕੇਸ ਹਿਸਟਰੀ ਆਫ ਏ ਪੈਡੀਗਰੀ ਸਟਾਰਟਸ। ਜਿਸ ਪਰਸਨ ਤੋਂ ਆਪਾਂ ਜਿਹੜੀ ਪੈਡੀਗਰੀ ਹੈ ਉਹ ਸਟਾਰਟ ਕਰ ਰਹੇ ਹਾਂ, ਕੇਸ ਹਿਸਟਰੀ ਸ਼ੁਰੂ ਕਰ ਰਹੇ ਹਾਂ, ਉਸ ਨੂੰ ਅਸੀਂ ਪ੍ਰੋਬੈਂਡ ਕਹਿੰਦੇ ਹਾਂ। ਅਗਰ ਅਸੀਂ ਕਿਸੇ ਮੇਲ ਮੈਂਬਰ ਤੋਂ ਸਟਾਰਟ ਕਰਾਂਗੇ ਤਾਂ ਉਸ ਨੂੰ ਅਸੀਂ ਪ੍ਰੋਪੋਸਿਟੀ ਕਹਿੰਦੇ ਹਾਂ ਔਰ ਅਗਰ ਫੀਮੇਲ ਤੋਂ ਸਟਾਰਟ ਕਰਾਂਗੇ ਤਾਂ ਉਸ ਨੂੰ ਅਸੀਂ ਪ੍ਰੋਪੋਸਿਟਾ ਬੋਲਦੇ ਹਾਂ। ਬੱਚੇ ਟਰਮਸ ਇੰਪੋਰਟੈਂਟ ਹੈ ਬਿਕੋਜ਼ ਅਗਰ ਤੁਸੀਂ ਆਪਣੇ ਬੋਰਡ ਐਗਜ਼ਾਮਸ ਤੋਂ ਇਲਾਵਾ ਕੋਈ ਵੀ ਕੰਪੀਟੀਟਿਵ ਐਗਜ਼ਾਮ ਦੇਣਾ ਹੈ, ਕੋਈ ਨੀਟ ਦੇਣਾ ਹੈ ਜਾਂ ਪੰਜਾਬ ਯੂਨੀਵਰਸਿਟੀ CT ਪੇਪਰ ਦੇਣਾ ਹੈ ਜਾਂ ਕੋਈ ਹੋਰ ਐਗਜ਼ਾਮ ਦੇਣਾ ਹੈ, ਤਾਂ ਉਸ ਦੇ ਵਿੱਚ ਜਿਹੜਾ ਪੈਡੀਗਰੀ ਟੌਪਿਕ ਹੈ ਬਹੁਤ ਇੰਪੋਰਟੈਂਟ ਹੈ। ਹਰ ਸਾਲ ਇਸ ਟੌਪਿਕ ਦੇ ਵਿੱਚੋਂ ਕੁਐਸਚਨਸ ਆਉਂਦੇ ਹੈ। ਸੋ ਜੋ ਵੀ ਮੈਂ ਤੁਹਾਨੂੰ ਟਰਮਸ ਦੱਸ ਰਹੀ ਹਾਂ ਤੁਸੀਂ ਪਲੀਜ਼ ਉਹਨਾਂ ਨੂੰ ਨੋਟ ਡਾਊਨ ਕਰੋ, ਰਾਈਟ। So pedigree जो है, why pedigree is important, I have already explained you. So pedigree जो है it helps us in giving information about the genotype of an individual for the trait under investigation. जो trait ਅਸੀਂ ਇਨਵੈਸਟੀਗੇਟ ਕਰਨਾ ਹੈ ਉਸ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ। ਔਰ ਦੂਸਰੀ ਗੱਲ, ਜਿਹੜੇ ਵੁੱਡ ਬੀ ਕਪਲਸ ਨੇ, ਵੁੱਡ ਬੀ ਕਪਲਸ ਮੀਨਸ ਫੈਮਿਲੀ ਦੇ ਵਿੱਚੋਂ ਕਿਸੇ ਹੋਰ ਦੀ ਮੈਰਿਜ ਹੋਣੀ ਹੈ ਤਾਂ ਉਸ ਨੂੰ ਜਿਹੜੇ ਜੈਨੇਟਿਕ ਕਾਉਂਸਲਰਸ ਹੁੰਦੇ ਨੇ ਉਸ ਨੂੰ ਪਹਿਲਾਂ ਅਲਰਟ ਕਰ ਦਿੰਦੇ ਨੇ ਕਿ ਅਗਰ ਮੈਰਿਜ ਤੋਂ ਬਾਅਦ ਉਹਨਾਂ ਦੇ ਉਹ ਰਿਪਰੋਡਿਊਸ ਕਰਨਗੇ ਤਾਂ ਉਹਨਾਂ ਦੇ ਜਿਹੜੇ ਚਿਲਡਰਨ ਹੋਣਗੇ ਕਿਆ ਉਹਨਾਂ ਦੇ ਵਿੱਚ ਵੀ ਉਹ ਡਿਸਆਰਡਰ ਆ ਸਕਦਾ ਹੈ ਜਾਂ ਨਹੀਂ ਆ ਸਕਦਾ। ਸੋ ਉਹਨਾਂ ਨੂੰ ਆਪਣੀ
फैमिली ਨੂੰ ਪਲਾਨ ਕਰਨਾ ਜਾਂ ਕਿੱਦਾਂ ਉਹਨਾਂ ਨੇ ਮੈਰਿਜ ਕਰਨੀ ਹੈ ਜਾਂ ਨਹੀਂ ਕਰਨੀ। ਸੋ ਵੁੱਡ ਬੀ ਜਿਹੜੇ ਕਪਲਸ ਹੁੰਦੇ ਨੇ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲ ਜਾਂਦੀ ਹੈ ਰਿਗਾਰਡਿੰਗ ਦ ਡੇਂਜਰ ਆਫ ਜੈਨੇਟਿਕ ਡਿਫੈਕਟ ਵਿਚ ਮਾਈਟ ਰਨ ਇਨ देयर ਫੈਮਿਲੀ, ਰਾਈਟ। ਓਕੇ ਸਟੂਡੈਂਟਸ, ਆਪਾਂ ਨੂੰ ਪੈਡੀਗਰੀ ਐਨਾਲਿਸਿਸ ਨੂੰ ਅੱਛੀ ਤਰ੍ਹਾਂ ਸਮਝਣ ਵਾਸਤੇ ਇੱਥੇ ਕੁਝ ਸਿੰਬਲਸ ਨੇ ਜੋ ਆਪਾਂ ਬਹੁਤ ਧਿਆਨ ਨਾਲ ਸਮਝਾਂਗੇ ਔਰ ਨੋਟ ਡਾਊਨ ਕਰਾਂਗੇ। ਸਭ ਤੋਂ ਪਹਿਲਾਂ ਜਦੋਂ ਅਸੀਂ ਪੈਡੀਗਰੀ ਐਨਾਲਿਸਿਸ ਕਰਨਾ ਹੈ ਤਾਂ ਜਿਹੜਾ ਮੇਲ ਮੈਂਬਰ ਹੈ ਉਸ ਨੂੰ ਆਪਾਂ ਇੱਕ ਸਕੁਏਅਰ ਦੇ ਨਾਲ ਸ਼ੋ ਕਰਦੇ ਹਾਂ, ਠੀਕ ਹੈ, ਦਿਸ ਇਜ਼ ਅ ਮੇਲ ਮੈਂਬਰ। ਔਰ ਜਿਹੜੀ ਫੀਮੇਲ ਹੈ ਉਸ ਨੂੰ ਵਾਸਤੇ ਆਪਾਂ ਇੱਕ ਸਰਕਲ ਬਣਾਉਂਦੇ ਹਾਂ ਫॉर ਫੀਮੇਲ, ਰਾਈਟ। ਅਗਰ ਆਪਾਂ ਇੱਕ ਡਾਇਮੰਡ ਸ਼ੇਪ ਦਾ ਫਿਗਰ ਬਣਾ ਰਹੇ ਹਾਂ ਇਸ ਤਰ੍ਹਾਂ ਦਾ, ਸੋ ਇਹਦਾ ਮਤਲਬ ਹੁੰਦਾ ਹੈ ਸੈਕਸ ਅਨਸਪੈਸੀਫਾਈਡ ਹੈ, ਸਾਨੂੰ ਨਹੀਂ ਪਤਾ ਕਿ ਮੇਲ ਹੈ ਜਾਂ ਫੀਮੇਲ ਹੈ। ਇਫ ਸੈਕਸ ਇਜ਼ ਅਨਸਪੈਸੀਫਾਈਡ ਦੈਨ ਵੀ ਵਿਲ ਮੇਕ ਦਿਸ ਟਾਈਪ ਆਫ ਫਿਗਰ। ਨੈਕਸਟ ਆਪਾਂ ਇੱਕ ਮੇਲ ਹੈ, ਇੱਕ ਫੀਮੇਲ ਹੈ ਔਰ ਇੱਕ ਸੈਕਸ ਅਨਸਪੈਸੀਫਾਈਡ ਹੈ, ਤਿੰਨਾਂ ਨੂੰ ਆਪਾਂ ਕੀ ਕਰਤਾ, ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕਲਰ ਕਰਤਾ, ਇਹਨਾਂ 'ਚ ਕਲਰ ਫਿਲ ਕਰਤਾ, ਆਪਾਂ ਇਹਨਾਂ ਨੂੰ ਡਾਰਕ ਕਰਤਾ। ਜਦੋਂ ਆਪਾਂ ਇਹਨਾਂ ਨੂੰ ਡਾਰਕ ਕਰ ਦਿੰਦੇ ਹਾਂ ਇਸ ਦਾ ਮਤਲਬ ਇਹ ਸ਼ੋ ਕਰਦਾ ਹੈ ਕਿ ਇਹ ਇੰਡੀਵਿਜੂਅਲਸ ਜਿਹੜੇ ਨੇ ਦੇ ਆਰ ਨਾਟ ਹੈਲਦੀ, ਦੇ ਆਰ ਨਾਟ ਨੋਰਮਲ, ਦੇ ਆਰ ਇਫੈਕਟਿਡ ਇੰਡੀਵਿਜੂਅਲਸ, ਦੇ ਆਰ ਡਿਜ਼ੀਜ਼ਡ ਇੰਡੀਵਿਜੂਅਲਸ, ਠੀਕ ਹੈ। ਸੋ ਆਪਾਂ ਇਹਨਾਂ ਨੂੰ ਡਾਰਕ ਕਰ ਦਾਂਗੇ। ਨੈਕਸਟ ਡਾਇਗਰਾਮ ਦੇ ਵਿੱਚ ਬੱਚੇ ਦਿਸ ਇਜ਼ ਮੇਲ ਐਂਡ ਦਿਸ ਇਜ਼ ਫੀਮੇਲ, ਓਕੇ, ਮੇਲ ਐਂਡ ਫੀਮੇਲ ਮੈਂ ਸਾਈਨ ਬਣਾ ਰਹੀ ਹਾਂ ਇੱਥੇ। ਸੋ ਇਸ ਮੇਲ ਐਂਡ ਫੀਮੇਲ ਦਾ ਇਟ ਸ਼ੁੱਡ ਬੀ ਲਾਈਕ ਦਿਸ। ਇਸ ਮੇਲ ਐਂਡ ਫੀਮੇਲ ਦੀ ਬੱਚੇ ਜਦੋਂ ਮੈਰਿਜ ਹੋ ਰਹੀ ਹੈ, ਮੇਟਿੰਗ ਹੋ ਗਈ, ਇੱਕ ਕਪਲ ਬਣ ਗਏ, ਤਾਂ ਆਪਾਂ ਕੀ ਕੀਤਾ, ਇਹ ਮੇਲ ਕੀ ਸੀਗਾ, ਇਹ ਸਾਡਾ ਨਾਰਮਲ ਮੇਲ ਸੀਗਾ ਸਕੁਏਅਰ, ਤਾਂ ਆਪਾਂ ਇਹਨਾਂ ਨੂੰ ਇੱਕ ਲਾਈਨ ਦੇ ਨਾਲ ਜਦੋਂ ਲਿੰਕ ਕਰਤਾ ਇਟ ਮੀਨਸ ਨਾਓ ਦੇ ਆਰ ਕਪਲ, ਦੇ ਆਰ ਮੈਰਿਡ ਐਂਡ ਦਿਸ ਇਜ਼ ਸ਼ੋਇੰਗ ਦਾ ਮੇਟਿੰਗ, ਰਾਈਟ। ਨੈਕਸਟ ਚਲਦੇ ਆਪਾਂ। ਓਕੇ ਇਸ ਡਾਇਗਰਾਮ 'ਤੇ ਆ ਜਾਓ ਬੱਚੇ, ਇੱਥੇ ਵੀ ਮੀਟਿੰਗ ਹੋ ਰਹੀ ਹੈ ਬਿਟਵੀਨ ਦਾ ਮੇਲ ਐਂਡ ਦਾ ਫੀਮੇਲ, ਪਰ ਇੱਥੇ ਜੋ ਮੀਟਿੰਗ ਹੋ ਰਹੀ ਹੈ ਬੱਚੇ ਉਸ ਨੂੰ ਤੁਸੀਂ ਧਿਆਨ ਨਾਲ ਦੇਖੋ, ਦਿਸ ਮੀਟਿੰਗ ਇਜ਼ ਬਿਟਵੀਨ ਰਿਲੇਟਿਵਸ। ਇਸ ਨੂੰ ਅਸੀਂ ਕੌਨਸੈਂਗੁਈਨਸ ਬੋਲਦੇ ਹਾਂ। ਸੋ ਦਿਸ ਇਜ਼ ਕੌਨਸੈਂਗੁਈਨਸ, ਗੁਈਨੀਅਸ, ਠੀਕ ਹੈ। ਸੋ ਇਸ ਦੇ ਨਾਲ ਇਸ ਦਾ ਮਤਲਬ ਕੀ ਹੁੰਦਾ ਹੈ, ਇਸ ਦਾ ਮਤਲਬ ਹੁੰਦਾ ਹੈ ਕਿ ਇਹ ਕਿਸੇ ਕਲੋਜ਼ ਰਿਲੇਟਿਵਸ ਦੇ ਵਿੱਚ ਮੀਟਿੰਗ ਹੋ ਰਹੀ ਹੈ, ਜਿਹੜੇ ਬਲੱਡ ਰਿਲੇਸ਼ਨਸ ਹੋ ਸਕਦੇ ਨੇ ਉਹਨਾਂ ਦੇ ਵਿੱਚ ਮੀਟਿੰਗ ਹੋ ਰਹੀ ਹੈ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਨੂੰ ਅਸੀਂ ਡਬਲ ਲਾਈਨ ਦੇ ਨਾਲ ਸ਼ੋ ਕਰਾਂਗੇ, ਰਾਈਟ। ਸੋ ਨੈਕਸਟ ਹੈਗਾ, ਹੁਣ ਤੁਹਾਨੂੰ ਸਮਝ ਆ ਗਿਆ ਕਿ ਮੇਲ ਹੈ, ਫੀਮੇਲ ਹੈ, ਇਹ ਪੇਰੈਂਟਸ ਨੇ, ਫਾਦਰ ਮਦਰ ਨੇ, ਔਰ ਫਾਦਰ ਮਦਰ ਤੋਂ ਬਾਅਦ ਇਹ ਜਿਹੜਾ ਅੱਗੇ ਆਪਾਂ ਜਨਰੇਸ਼ਨ ਬਣਾਈ ਹੈ ਇਹ ਉਹਨਾਂ ਦੇ ਬੱਚੇ ਨੇ। ਔਰ ਅਗਰ ਜਦੋਂ ਆਪਾਂ ਚਿਲਡਰਨ ਬਣਾਉਣੇ ਹੈ ਤਾਂ ਇਨ ਆਰਡਰ ਆਫ ਬਰਥ ਬਣਾਵਾਂਗੇ, ਫਰੋਮ ਲੈਫਟ ਤੋਂ ਆਪਾਂ ਰਾਈਟ ਵੱਲ ਨੂੰ ਜਾਵਾਂਗੇ ਹਮੇਸ਼ਾ। ਸੋ ਇਸ ਕੇਸ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕਿਹਦਾ ਬਰਥ ਹੋ ਰਿਹਾ, ਸਰਕਲ ਹੈ, ਡਾਟਰ ਦਾ ਬਰਥ ਹੋ ਰਿਹਾ ਹੈ, ਫਿਰ ਕੀ ਹੋ ਰਿਹਾ ਹੈ, ਸਨ ਦਾ ਬਰਥ ਹੋ ਰਿਹਾ ਹੈ। ਸੋ ਇਹ ਜੋ ਕਪਲ ਹੈ ਇਸ ਦੇ ਦੋ ਬੱਚੇ हैं, एक सन है और एक डॉटर है। दोनों बच्चे जो है वो नॉर्मल है बिकॉज आप किसी तरह की फिलिंग जो है वो नहीं की है। नैक्सट इस केस में देखो बच्चे पेरेंट्स आर नॉर्मल और उन्होंने इको ही बच्चा है और बच्चा की है मेल है और उस मेल जो है वो की है इस बच्चे वो डिजीज्ड है, ठीक है। देन नेक्स्ट 5 चिल्ड्रन ने आप एक फिर डायमंड बनाया, उसके अंदर आप 5 लिखा। 5 चिल्ड्रन ने अनअफेक्टेड ने ऑफस्प्रिंग्स, 5 अनअफेक्टेड चिल्ड्रन, ठीक है। सो आप इस तरह डिफरेंट सिंबल्स जो हैं वो बना के आप पैडिग्री दे विच शो कर सकते हैं और पैडिग्री नो एनालाइज कर सकते हैं। सो आई होप ऑल दीज सिंबल्स आर क्लीयर टू यू। नैक्सट ओके बच्चे, नैक्सट आप आगे बच्चे जिवें आप ह्यूमनस दे विच देखा कि ह्यूमनस दे विच साडे कोल 23 पेयर ऑफ क्रोमोसोम्स ने। कोई भी डिसऑर्डर्स किसी भी क्रोमोसोम करके हो सकता है। 23 ਦੇ ਵਿੱਚੋਂ 22 पेयर्स ਜਿਹੜੇ ਸੀਗੇ ਉਹ ਆਟੋਸੋਮ ਸੀਗੇ और 1 पेयर ਜਿਹੜਾ ਸੀਗਾ ਉਹ ਸੈਕਸ क्रोमोसोम ਸੀਗਾ which is also known as एलोसोम्स। इसी तरह जो जेनेटिक डिफेक्ट है जो आप पैडिग्री एनालाइज करनी है तो डिफेक्ट जो है वो ऑटोसोम्स करके भी हो सकता है, इट इज़ ड्यू टू ऑटोसोमल और इट कैन बी ड्यू टू सैक्स रिलेटेड क्रोमोसोम्स। तो आप सैक्स लिंक्ड भी कहने और एक्स लिंक्ड भी कहने बिकॉज बेटे वाई जो क्रोमोसोम होंगे अगर जिमें मेल के कोल एक्स वाई है तो अगर एक्स के कोल डिजीज़ हैगी है तो डिजीज़ एक्सप्रैस हो जाएगी बिकॉज मेल जो है वो इको ही एक्स क्रोमोसोम्स होंगे तो वाई जो है वाई कोल जी है कोई भी इस तरह की डिफेक्टिव जी है वो जीन नहीं होएगी, ठीक है। या क्योंकि आप उसको इन्नी डिटेल के नहीं जावांगे क्योंकि अगर वो मेल डिजीज़ हैगा तो ड्यू टू अगर एक्स क्रोमोसोम डिजीज़ है तो मेल डिजीज़ होएगा। नैक्सट की हैगा ऑटोसोम के विच की हैगा डोमीनेंट भी हो सकता है डिफेक्ट और रिसेसिव भी हो सकता है।
इसी तरह सैक्स लिंक ਦੇ ਵਿੱਚ ਡੋਮੀਨੈਂਟ ਵੀ ਹੋ ਸਕਦਾ ਹੈ ਔਰ ਰਿਸੈਸਿਵ ਵੀ ਹੋ ਸਕਦਾ ਹੈ। ਸੋ ਜਦੋਂ ਆਪਾਂ ਪੈਡੀਗਰੀ ਹਿਊਮਨਸ ਦੇ ਵਿੱਚ ਐਨਾਲਾਈਜ਼ ਕਰਨੀ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਆਟੋਜ਼ੋਮਲ ਹੈ, ਔਰ ਆਟੋਜ਼ੋਮਲ ਹੈ ਤਾਂ ਉਹ ਕੀ ਉਹ ਡੋਮੀਨੈਂਟ ਟਾਈਪ ਦਾ ਡਿਸਆਰਡਰ ਹੈ ਜਾਂ ਉਹ ਰਿਸੈਸਿਵ ਟਾਈਪ ਦਾ ਡਿਸਆਰਡਰ ਹੈ, ਔਰ ਇਸੇ ਤਰ੍ਹਾਂ ਜੇ ਉਹ ਸੈਕਸ ਲਿੰਕਡ ਹੈ ਤਾਂ ਕਿ ਉਹ ਡੋਮੀਨੈਂਟ ਟਾਈਪ ਹੈ ਜਾਂ ਉਹ ਰਿਸੈਸਿਵ ਟਾਈਪ ਹੈ। ਠੀਕ ਹੈ, ਸੋ ਬੱਚੇ ਇੱਥੇ ਮੈਂ ਕੁਝ ਪੁਆਇੰਟ ਲਿਖੇ ਨੇ, ਜਦੋਂ ਆਪਾਂ ਇਸ ਨੂੰ ਇੱਕ ਨੂੰ ਆਪਾਂ ਲੈ ਕੇ ਅੱਗੇ ਸਟੱਡੀ ਕਰਾਂਗੇ ਤਾਂ ਤੁਹਾਨੂੰ ਬਹੁਤ ਕਲੀਅਰ ਹੋ ਜਾਣਗੇ। ਮੋਸਟਲੀ ਡੋਮੀਨੈਂਟ ਦੇ ਵਿੱਚ ਆਪਾਂ ਇੱਕ ਚੀਜ਼ ਨੋਟ ਕਰਨੀ ਹੈ, ਜਿੱਦਾਂ ਜਿਵੇਂ ਅਸੀਂ ਕੰਪੀਟੀਟਿਵ ਕੋਈ ਐਗਜ਼ਾਮ ਦਿੰਦੇ ਹਾਂ ਤਾਂ ਸਾਡੇ ਕੋਲ ਬਹੁਤ ਘੱਟ ਟਾਈਮ ਹੁੰਦਾ ਹੈ, ਆਪਾਂ ਬਹੁਤ ਸਾਰੇ ਕੁਐਸਚਨਸ ਬਹੁਤ ਘੱਟ ਟਾਈਮ 'ਚ ਕਰਨੇ ਹੁੰਦੇ ਆ। ਸੋ ਇੱਥੇ ਮੈਂ ਇੱਕ ਟਿਪਸ ਲਿਖੇ ਨੇ ਕਿ ਬਾਈ ਚਾਂਸ ਅਗਰ ਅਸੀਂ ਆਟੋਜ਼ੋਮਲ ਹੈ ਔਰ ਅਗਰ ਅਸੀਂ ਦੇਖ ਰਹੇ ਹਾਂ ਕਿ ਇਸ ਦੇ ਵਿੱਚ ਜਨਰੇਸ਼ਨ ਸਕਿਪ ਨਹੀਂ ਹੋ ਰਹੀ, ਕੋਈ ਸਕਿਪਿੰਗ ਨਹੀਂ ਹੋ ਰਹੀ, ਹਰ ਜਨਰੇਸ਼ਨ ਦੇ ਵਿੱਚ ਡਿਫੈਕਟ ਸਾਨੂੰ ਨਜ਼ਰ ਆ ਰਿਹਾ ਹੈ ਔਰ ਦੋਨੋਂ ਸਨ ਔਰ ਡਾਟਰ ਇਫੈਕਟ ਹੋ ਰਹੇ ਨੇ। ਇਹ ਨਹੀਂ ਹੈ ਕਿ ਸਿਰਫ ਸਨ ਹੀ ਇਹਦੇ ਨਾਲ ਡਿਜ਼ੀਜ਼ਡ ਆ ਰਹੇ ਨੇ, ਸਨ ਔਰ ਡਾਟਰ ਜਿਹੜੇ ਨੇ ਉਹ ਦੋਨੋਂ 'ਚ ਹੀ ਡਿਫੈਕਟ ਆ ਰਿਹਾ ਹੈ ਔਰ ਹਰ ਜਨਰੇਸ਼ਨ ਦੇ ਵਿੱਚ ਆ ਰਿਹਾ ਹੈ, ਔਰ ਇਫੈਕਟਿਵ ਇੰਡੀਵਿਜੂਅਲ ਜਿਹੜਾ ਹੈ ਉਹ ਪਾਸ ਕਰ ਰਿਹਾ ਹੈ ਟੂ ਬੋਥ ਦ ਚਿਲਡਰਨ ਇਰਰਿਸਪੈਕਟਿਵ ਆਫ ਦ ਸੈਕਸ, ਔਰ ਜਨਰੇਸ਼ਨ ਜਿਹੜੇ ਨੇ ਉਹ ਸਕਿਪ ਵੀ ਨਹੀਂ ਹੋ ਰਹੇ, ਤਾਂ ਇਹ ਆਟੋਜ਼ੋਮਲ ਡੋਮੀਨੈਂਟ ਹੋ ਸਕਦਾ ਹੈ। ਦੂਸਰੀ ਗੱਲ, ਜਿੱਦਾਂ ਹੀ ਸਾਨੂੰ ਕੁਐਸਚਨ ਆਇਆ ਔਰ ਅਸੀਂ ਦੇਖਿਆ ਕਿ ਸਾਨੂੰ ਸਕਿਪਿੰਗ ਆਫ ਜਨਰੇਸ਼ਨਸ ਦਿਖ ਰਿਹਾ, ਹਰ ਜਨਰੇਸ਼ਨ 'ਚ ਨਹੀਂ ਦਿਖ ਰਿਹਾ, ਜਨਰੇਸ਼ਨ ਸਕਿਪ ਹੋ ਰਹੀ ਹੈ, ਤਾਂ ਮੀਨਸ ਕੀ ਹੋਏਗਾ, ਰਿਸੈਸਿਵ ਹੋਏਗਾ। ਔਰ ਦੂਸਰੀ ਗੱਲ, ਦੋਨੋਂ ਸਨ ਔਰ ਡਾਟਰ ਜਿਹੜੇ ਨੇ ਉਹ ਇਫੈਕਟ ਹੋ ਰਹੇ ਨੇ। ਇਹ ਨਹੀਂ ਹੈ ਕਿ ਕੋਈ ਪਰਟੀਕੂਲਰ ਕੋਈ ਪੈਟਰਨ ਬਣ ਰਿਹਾ ਹੈ, ਤਾਂ ਇਸ ਤਰ੍ਹਾਂ ਦਾ ਕੋਈ ਪੈਟਰਨ ਨਹੀਂ ਹੈ, ਮੇਲ ਵੀ ਡਿਜ਼ੀਜ਼ ਆ ਰਿਹਾ ਹੈ, ਫੀਮੇਲ ਵੀ ਆ ਰਹੀ ਹੈ। ਸੋ ਇਹ ਜਿਹੜਾ ਹੈ ਆਟੋਜ਼ੋਮਲ ਰਿਸੈਸਿਵ ਹੋ ਸਕਦਾ ਹੈ ਅਗਰ ਸਾਨੂੰ ਸਕਿਪਿੰਗ ਦਿਖ ਰਹੀ ਹੈ, ਰਾਈਟ। ਨੈਕਸਟ, ਸੇਮ ਅਗਰ ਸਾਨੂੰ ਸਕਿਪਿੰਗ ਨਹੀਂ ਦਿਖ ਰਹੀ ਤਾਂ ਉਹ ਡੋਮੀਨੈਂਟ ਹੋ ਸਕਦਾ ਹੈ। ਪਰ ਸੈਕਸ ਲਿੰਕ ਕਿੱਦਾਂ ਹੋਏਗਾ ਬੱਚੇ, ਆਪਾਂ ਪ੍ਰੀਵੀਅਸ ਲੈਕਚਰ ਦੇ ਵਿੱਚ ਵੀ ਦੇਖਿਆ ਕਿ ਜਦੋਂ ਸੈਕਸ ਲਿੰਕਡ ਇਨਹੈਰੀਟੈਂਸ ਆਪਾਂ ਸਟੱਡੀ ਕੀਤੀ ਤਾਂ ਉਹ ਇੱਕ ਪੈਟਰਨ ਫੋਲੋ ਕਰਦੀ ਹੈ। ਦੈਟ ਪੈਟਰਨ ਇਜ਼ ਨੋਨ ਐਜ਼ ਕ੍ਰਿਸ ਕ੍ਰੋਸ ਪੈਟਰਨ। ਠੀਕ ਹੈ, ਕ੍ਰਿਸ ਕ੍ਰੋਸ ਪੈਟਰਨ ਦੇ ਵਿੱਚ ਆਪਾਂ ਕੀ ਦੇਖਿਆ ਕਿ ਜਿਹੜਾ ਅਗਰ ਸਪੋਜ਼ ਫਾਦਰ ਡਿਜ਼ੀਜ਼ਡ ਹੈ ਤਾਂ ਫਾਦਰ ਜਿਹੜੀ ਡਿਜ਼ੀਜ਼ ਹੈ ਜਾਂ ਜਿਹੜੀ ਜੀਨ ਹੈ ਉਹ ਆਪਣੇ ਗ੍ਰੈਂਡ ਸਨ ਨੂੰ ਪਾਸ ਕਰੇਗਾ, ਲੇਕਿਨ ਡਾਇਰੈਕਟ ਪਾਸ ਨਹੀਂ ਕਰੇਗਾ। ਠੀਕ ਹੈ, ਡਾਇਰੈਕਟ ਪਾਸ ਨਹੀਂ ਕਰੇਗਾ। ਫਾਦਰ ਤੋਂ ਕਿੱਥੇ ਜਾਏਗੀ, ਡਾਟਰ ਦੇ ਵਿੱਚ ਜਾਏਗੀ, ਡਾਟਰ ਚੋਂ ਕਿੱਥੇ ਜਾਏਗੀ, ਸਨ ਦੇ ਵਿੱਚ ਜਾਏਗੀ। ਸੋ ਅਗਰ ਸਾਨੂੰ ਇਸ ਤਰ੍ਹਾਂ ਦਾ ਕੁਝ ਪੈਟਰਨ ਨਜ਼ਰ ਆ ਰਿਹਾ ਹੈ ਤਾਂ ਉਹ ਸੈਕਸ ਲਿੰਕ ਡਿਸਆਰਡਰ ਹੋਏਗਾ, ਔਰ ਅਗਰ ਉਸ ਦੇ ਵਿੱਚ ਸਕਿਪਿੰਗ ਨਹੀਂ ਹੋ ਰਹੀ ਹੈ ਤਾਂ ਉਹ ਡੋਮੀਨੈਂਟ ਹੈ, ਔਰ ਅਗਰ ਇਸੇ ਤਰ੍ਹਾਂ ਦਾ ਕ੍ਰਿਸ ਕ੍ਰੋਸ ਆਪਾਂ ਦੇਖ ਰਹੇ ਹਾਂ ਔਰ ਵਿਦ ਸਕਿਪਿੰਗ ਦੇਖ ਰਹੇ ਹਾਂ, ਜਨਰੇਸ਼ਨਸ ਵਿੱਚੋਂ ਲਗਾਤਾਰ ਨਹੀਂ ਆ ਰਿਹਾ ਹੈ ਉਹ ਡਿਫੈਕਟ, ਤਾਂ ਉਹ ਰਿਸੈਸਿਵ ਹੋ ਸਕਦਾ ਹੈ। ਠੀਕ ਹੈ, ਓਕੇ। ਆਪਾਂ ਹੁਣ ਇਸ ਦੇ ਕੁਝ ਐਗਜ਼ਾਮਪਲ ਸਟੱਡੀ ਕਰਾਂਗੇ ਤਾਂ ਬੱਚੇ ਤੁਹਾਨੂੰ ਇਹ ਪੈਡੀਗਰੀਜ਼ ਬਹੁਤ ਕਲੀਅਰ ਹੋ ਜਾਣਗੇ, ਬਹੁਤ ਇੰਟਰਸਟਿੰਗ ਹੈ। ਸਭ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਆਟੋਜ਼ੋਮਲ ਡੋਮੀਨੈਂਟ ਪੈਡੀਗਰੀਜ਼। ਮੀਨਸ ਕਿਹੜੇ ਕ੍ਰੋਮੋਜ਼ੋਮਸ ਇਨਵੋਲਡ ਨੇ, ਆਟੋਜ਼ੋਮਸ ਆਰ ਇਨਵੋਲਡ ਹੈ। ਠੀਕ ਹੈ, ਔਰ ਡੋਮੀਨੈਂਟ ਹੈ। ਹੁਣ ਮੈਂ ਤੁਹਾਨੂੰ ਡੋਮੀਨੈਂਟ ਦੇ ਵਿੱਚ ਦੱਸਿਆ ਕਿ ਜਿਹੜਾ ਟ੍ਰੇਟ ਹੈ ਉਹ ਜਨਰੇਸ਼ਨ ਲੀਵ ਨਹੀਂ ਕਰਦਾ, ਹਰ ਜਨਰੇਸ਼ਨ ਦੇ ਵਿੱਚ ਆਉਂਦਾ ਹੈ। ਸੋ ਬਹੁਤ ਕਾਮਨ ਟਾਈਪ ਆਫ ਪੈਡੀਗਰੀ ਹੈ, ਹਰ ਜਨਰੇਸ਼ਨ ਦੇ ਵਿੱਚ ਇਹ ਆਏਗਾ। ਇਹ ਤੁਸੀਂ ਇੱਥੇ ਬੱਚੇ ਇੱਕ ਪੈਡੀਗਰੀ ਬਣੀ ਹੋਈ ਹੈ, ਦੇਖੋ ਫਸਟ ਜਨਰੇਸ਼ਨ ਹੈ, ਮੇਲ ਹੈ ਔਰ ਫੀਮੇਲ ਹੈ। ਫੀਮੇਲ ਜਿਹੜੀ ਹੈ ਉਹ ਡਿਜ਼ੀਜ਼ਡ ਹੈ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਹਰ ਜਨਰੇਸ਼ਨ 'ਚ ਆ ਰਿਹਾ, ਫਸਟ ਜਨਰੇਸ਼ਨ 'ਚ ਆਇਆ, ਸੈਕਿੰਡ ਜਨਰੇਸ਼ਨ 'ਚ ਵੀ ਡਿਜ਼ੀਜ਼ ਆ ਰਹੀ ਹੈ, ਥਰਡ ਜਨਰੇਸ਼ਨ 'ਚ ਵੀ ਡਿਜ਼ੀਜ਼ ਆ ਰਹੀ ਹੈ। ਇਟ ਮੀਨਸ ਜਿਹੜੀ ਜਨਰੇਸ਼ਨਸ ਹੈ ਉਹ ਸਕਿਪ ਨਹੀਂ ਹੋ ਰਹੀ, ਐਵਰੀ ਜਨਰੇਸ਼ਨ 'ਚ ਆ ਰਹੀ ਹੈ। ਜਸਟ ਨਾਓ ਆਈ ਐਕਸਪਲੇਨਡ ਯੂ ਸਟੂਡੈਂਟਸ ਕਿ ਜਦੋਂ ਹਰ ਜਨਰੇਸ਼ਨ 'ਚ ਆ ਰਿਹਾ ਹੈ, ਸਕਿਪਿੰਗ ਨਹੀਂ ਹੋ ਰਿਹਾ, ਦੈਨ ਇਟ ਇਜ਼ ਡੋਮੀਨੈਂਟ। Okay, now we have to see whether it is autosomal or sex. ਇੱਥੇ ਕੋਈ ਪੈਟਰਨ ਨਹੀਂ ਬਣ ਰਿਹਾ। ਇੱਥੇ ਅਗਰ ਫੀਮੇਲ ਡਿਜ਼ੀਜ਼ਡ ਹੈ ਤਾਂ ਸੈਕਿੰਡ ਜਨਰੇਸ਼ਨ ਦੇ ਵਿੱਚ ਫੀਮੇਲ ਵੀ ਡਿਜ਼ੀਜ਼ ਹੋ ਰਹੀ ਹੈ, ਮੇਲ ਵੀ ਡਿਜ਼ੀਜ਼ ਹੋ ਰਿਹਾ ਹੈ। ਥਰਡ ਜਨਰੇਸ਼ਨ ਨੂੰ ਅਗਰ ਅਸੀਂ ਮੇਲ ਔਰ ਫੀਮੇਲ ਦਾ ਕ੍ਰਾਸ ਕਰ ਰਹੇ ਹਾਂ, ਮੇਲ ਡਿਜ਼ੀਜ਼ਡ ਹੈ, ਫੀਮੇਲ ਹੈਲਦੀ ਹੈ, ਤਾਂ ਅੱਗੇ ਉਹਨਾਂ ਦੇ 3 ਬੱਚੇ ਆ ਗਏ, ਤਿੰਨੋਂ ਬੱਚਿਆਂ ਦੇ ਵਿੱਚੋਂ ਜਿਹੜੇ ਉਹਨਾਂ ਦੇ ਦੋਨੋਂ ਮੇਲਸ ਨੇ ਉਹ ਡਿਜ਼ੀਜ਼ਡ ਹੋ ਰਹੇ ਨੇ, ਰਾਈਟ। ਸੋ ਇੱਥੇ ਕੋਈ ਪੈਟਰਨ ਨਹੀਂ ਬਣ ਰਿਹਾ। ਦਿਸ ਇਜ਼ ਐਨ ਐਗਜ਼ਾਮਪਲ ਆਫ ਆਟੋਜ਼ੋਮਲ ਡੋਮੀਨੈਂਟ ਹਿਊਮਨ ਡਿਜ਼ੀਜ਼, ਰਾਈਟ। ਸੋ ਇੱਥੇ ਜਿਹੜੇ ਇਫੈਕਟਿਵ ਇੰਡੀਵਿਜੂਅਲਸ ਨੇ ਉਹ ਟ੍ਰੇਟ ਨੂੰ ਟ੍ਰਾਂਸਫਰ ਕਰ ਰਹੇ ਨੇ, ਟ੍ਰਾਂਸਮਿਟ ਕਰ ਰਹੇ ਨੇ, ਅਬਾਊਟ ਅਪਰੋਕਸੀਮੇਟਲੀ ਹਾਫ ਆਫ ਦੇਅਰ ਚਿਲਡਰਨ ਦੇ ਵਿੱਚ ਉਹਨੂੰ ਉਹ ਟ੍ਰਾਂਸਮਿਟ ਕਰ ਰਹੇ ਨੇ। ਜਿਵੇਂ ਆਪਾਂ ਇਸ ਕੇਸ ਦੇ ਵਿੱਚ ਫਿਰ ਤੋਂ ਦੇਖੋ, ਜਿਵੇਂ ਇਹ 2 ਪੇਰੈਂਟਸ ਹੈਗੇ ਆ, ਠੀਕ ਹੈ, ਉਹਨਾਂ ਦੇ ਕਿੰਨੇ ਬੱਚੇ ਹੋਏ, ਦੇਖੋ ਕਿੰਨੇ ਬੱਚੇ ਹੋਏ ਉਹਨਾਂ ਦੇ ਹੈਗੇ ਆ 1 2 3, ਠੀਕ ਹੈ, 1 2 3 ਬੱਚੇ ਹੈ। ਉਸ ਤੋਂ ਬਾਅਦ ਜਿਹੜੇ 3 ਬੱਚੇ ਹੈ ਉਹਨਾਂ ਦੇ 2 ਬੱਚੇ ਜਿਹੜੇ ਹੈਗੇ ਆ ਉਹ ਕੀ ਆ ਰਹੇ ਹੈ, ਉਹ ਡਿਜ਼ੀਜ਼ਡ ਆ ਰਹੇ ਨੇ। ਇਹ ਜਿਹੜਾ ਹੈਗਾ ਇਹ ਆਪਾਂ ਨੈਕਸਟ ਮੀਟਿੰਗ ਦਿਖਾ ਰਹੇ ਹਾਂ ਫॉर द ਨੈਕਸਟ ਜਨਰੇਸ਼ਨ। ਠੀਕ ਹੈ, ਲੈਟਸ ਸੀ ਵਨ ਮੋਰ ਕ੍ਰਾਸ। ਇਸ ਦਾ ਐਗਜ਼ਾਮਪਲ ਬੱਚੇ ਇੱਕ
ਇਹ ਕੌਂਡਰੋਪਲਾਸੀਆ ਇੱਕ ਸਕੈਲੇਟਨ ਡਿਸਆਰਡਰ ਹੈਗਾ ਜਿਸ ਦੇ ਨਾਲ ਜਿਹੜੇ ਸਕੈਲੇਟਨ ਹੈ ਉਹ ਇਫੈਕਟ ਹੁੰਦਾ ਹੈ ਔਰ ਪਰਸਨ ਦੇ ਵਿੱਚ ਡਵਾਫਿਜ਼ਮ ਆ ਜਾਂਦਾ ਹੈ, ਬੋਨਸ ਜਿਹੜੇ ਨੇ ਉਹ ਡਿਫੈਕਟ ਆਉਂਦਾ ਹੈ ਬੋਨਸ ਦੇ ਵਿੱਚ ਔਰ ਉਹਦੀ ਪਰਸਨ ਦੀ ਜਿਹੜੀ ਹਾਈਟ ਹੈ ਉਹ ਨਹੀਂ ਵੱਧਦੀ ਹੈ ਔਰ ਪਰਸਨਸ ਜਿਹੜੇ ਨੇ ਉਹ ਡਵਾਫ ਹੋ ਜਾਂਦੇ ਨੇ। ਸੋ ਦਿਸ ਇਜ਼ ਆਟੋਸੋਮਲ ਡੋਮੀਨੈਂਟ ਡਿਸਆਰਡਰ। ਸੋ ਇਸ ਨੂੰ ਬੱਚੇ ਧਿਆਨ ਦੇ ਨਾਲ ਦੇਖੋ, ਇਹ ਵੀ ਇੱਕ ਆਟੋਸੋਮਲ ਡੋਮੀਨੈਂਟ ਡਿਸਆਰਡਰ ਹੈ। ਕਿੱਦਾਂ? ਸਭ ਤੋਂ ਪਹਿਲਾਂ ਬੱਚੇ ਦੇਖੋ ਹਰ ਜਨਰੇਸ਼ਨ ਦੇ ਵਿੱਚ ਡਿਜ਼ੀਜ਼ ਆ ਰਹੀ ਹੈ, ਰਾਈਟ। ਔਰ ਉਸ ਤੋਂ ਬਾਅਦ ਤੁਸੀਂ ਇਸ ਨੂੰ ਦੇਖੋ ਕਿ ਇਸ ਦੇ ਵਿੱਚ ਕੋਈ ਵੀ ਕ੍ਰਿਸ ਕ੍ਰਾਸ ਪੈਟਰਨ ਨਹੀਂ ਬਣ ਰਿਹਾ। ਇੱਥੇ ਸਾਡਾ ਜਿਹੜਾ ਫੀਮੇਲ ਹੈ ਉਹ ਡਿਜ਼ੀਜ਼ਡ ਹੈ, ਦਿਸ ਇਜ਼ ਫੀਮੇਲ। ਨਾਓ ਯੂ ਨੋ ਦੀਜ਼ ਆਰ ਪੇਰੈਂਟਸ ਐਂਡ ਦਿਸ ਇਜ਼ ਮੇਲ। ਫੀਮੇਲ ਜਿਹੜੀ ਹੈ ਉਹ ਡਿਜ਼ੀਜ਼ਡ ਹੈ ਔਰ ਜਿਹੜਾ ਮੇਲ ਹੈ ਉਹ ਕੀ ਹੈ? ਨਾਰਮਲ ਹੈ। ਸੋ ਇਹਨਾਂ ਦਾ ਜਦੋਂ ਨੈਕਸਟ ਜਨਰੇਸ਼ਨ ਆਈ, ਨੈਕਸਟ ਜਨਰੇਸ਼ਨ ਦੇ ਵਿੱਚ ਇਹਨਾਂ ਦੇ ਕਿੰਨੇ ਆਫਸਪ੍ਰਿੰਗ ਆਏ, ਕਿੰਨੇ ਬੱਚੇ ਆਏ? 1 2 3 ਐਂਡ 4। ठीक है, ये इन्हों का बच्चा नहीं है क्योंकि ये नैक्सट मेटिंग हो रही है, ठीक है, ये नैक्सट मेटिंग हो रही है। सो 4 बच्चों के विचों 50% बच्चे जो हैं वो इफेक्ट हो रहे हैं। सो इफेक्टिव इंडिविजुअल जोड़े ने वो पास करते हैं जो डिजीज़ की जी जीन है टू बोथ द चिल्ड्रन, मेल एंड फीमेल दोनों के विच जा रही है और स्किपिंग नहीं हो रही है। सो ये ट्रेट कॉमन ट्रेट है पेडिग्री के विच। सो दिस इज एन एग्जाम्पल ऑफ स्टूडेंट्स, दिस इज ऑटोसोमल एंड दिस इज डोमिनेंट पेडिग्री। नेक्स्ट, so one more example. So now you can see it is now very clear to you. So female जो है, this is female, female is normal and this is the male which is diseased. So first generation ਦੇ ਵਿੱਚ देखो सारे बच्चे ਜਿਹੜੇ ਨੇ ਉਹ diseased है, female भी diseased आ रही है और male भी diseased आ रहा है। ये female है, ये male है। कोई ਸਾਡੇ ਕੋਲ स्पेसिफिक पैटर्न नहीं बन रहा कि फीमेल सिर्फ मेल ਨੂੰ पास कर रही है या मेल फीमेल ਨੂੰ पास कर रहा है। नो, बोथ ਜਿਹੜੇ sexes ने वो involved ਹੈਗੇ ਨੇ, राइट। और हर जनरेशन के विच डिजीज़ आ रही है। सो डोमिनेंट हो गया और कोई क्रिस क्रॉस पैटर्न नहीं है। सो दिस इज एन एग्जाम्पल ऑफ ऑटोसोमल डोमिनेंट इनहेरिटेंस। नेक्स्ट, नाउ वी कम टू द नेक्स्ट, दिस इज ऑटोसोमल रिसेसिव पेडिग्री। ऑटोसोमल रिसेसिव पेडिग्री ਨੂੰ ਜਦੋਂ ਆਪਾਂ पढ़ना है बच्चे, मैं ਤੁਹਾਨੂੰ ਹੁਣੇ ਦੱਸਿਆ ਸੀ ਕਿ ਜਦੋਂ रिसेसिव केस आंदा ਤਾਂ ਆਪਾਂ ਇੱਕ ਚੀਜ਼ ਸਭ ਤੋਂ ਪਹਿਲਾਂ ਦੇਖੋ ਕਿ ਕੀ ਜਨਰੇਸ਼ਨ ਸਕਿਪ ਹੋ ਰਹੇ हैं, की जनरेशन स्किप हो रहे हैं। हुण इत्थे की होएगा, एक तो देखो पेरेंट्स जो हैं वो नॉर्मल हैं और पेरेंट्स तो अगे जिहड़े उन्हां दे 3 बच्चे आए 1 2 एंड 3, उस दे विच साडे कोल डिजीज़ आ रही है। इट मीनस इत्थे की इंपॉर्टेंट गल सामने आई, जिहड़े इफेक्टिड इंडिविजुअल्स ने या जिहड़े बच्चे इफेक्टिड आ रहे ने उन्हां दे पेरेंट्स नॉर्मल हो सकते हैं, दे कैन हैव नॉर्मल पेरेंट्स। इफेक्टिड इंडिविजुअल्स हैव नॉर्मल पेरेंट्स, ठीक है। सो इसका मतलब की होएगा ऑल चिल्ड्रन ऑफ इफेक्टिड पेरेंट्स, ठीक है। जिहड़े अगर पेरेंट्स इफेक्टिड हैं तो बच्चे भी इफेक्टिड हैं, पर अगर पेरेंट्स नॉर्मल हैं तो भी बच्चे जो हैं वो इफेक्टिड हो सकते हैं। सो ये एक तरह का जिहड़ा पेडिग्री है ये स्किप करता है जनरेशनस नूं, ठीक है, हिडन इन द हेट्रोजाइगस कैरियर। सो फीमेल्स की होंगे कई बार फीमेल्स के बीच डिजीज़ नहीं आ रही है क्योंकि फीमेल्स की होंगे ने, अगर फीमेल हेट्रोजाइगस है, अगर सपोज फीमेल हेट्रोजाइगस इस तरह का कंडीशन है, फीमेल हेट्रोजाइगस है तो फीमेल की होएगी कैरियर होएगी। आपां जीनोटाइप्स बना के इसनूं बहुत चंगी तरह क्लीयर किया इन द प्रीवियस लैक्चर जो आपां एक्स लिंक्ड इनहेरिटेंस पढ़िया सीगा, ठीक है। सो इस दे विच की है कि फीमेल्स कैरियर हो सकते हैं बट वो डिजीज़ उन्हां दे विच नहीं आएगी, वो अगे अपने सन नूं पास करेंगे, ठीक है। और ये ट्रेट जिहड़ा है वो मेल फीमेल नूं इक्वली ही इफेक्ट करता है। अगर तुसी ए वाली जनरेशन देखो, नैक्सट जनरेशन, इत्थे दोनों पेरेंट्स साडे आ वाले पेरेंट्स नॉर्मल हैं लेकिन उन्होंने जिहड़े 4 ऑफस्प्रिंग आ रहे हैं उहदे विचों एक ऑफस्प्रिंग जिहड़ा है वो की हैगा डिजीज़ड हैगा, दैट इज़ फीमेल, राइट। सो ये जनरेशन जिहड़ी है ऑटोसोमल रिसेसिव जिहड़ा है इहदे च जो इंडिविजुअल इफेक्टिड हैं उन्होंने नॉर्मल पेरेंट्स भी हो सकते हैं, ठीक है। और ये जनरेशन नूं स्किप करता है और इस दे विच बोथ मेल फीमेल जिहड़े ने वो इक्वली इफेक्ट होंदे ने। एग्जाम्पल सिकल सेल एनीमिया है या फिनाइल कीटोन्यूरिया है, ये दोनों साडे सिलेबस हैगे बच्चे। सिकल सेल एनीमिया एंड फिनाइल कीटोन्यूरिया ये दोनों जिहड़े डिसऑर्डर्स ने ये ऑटोसोमल लिंक्ड रिसेसिव डिसऑर्डर्स ने, ठीक है। और इस दे विच सिकल सेल भी आपां हुण नैक्सट लैक्चर दे विच डिटेल च पढ़ांगे। अगर इस दे विच फीमेल जिहड़ी है वो कदों फीमेल दे विच सिकल सेल डिजीज़ आएगी, जदों फीमेल जिहड़ी होएगी वो की होएगी होमोजाइगस कंडीशन दे विच होएगी, होमोजाइगस, ठीक है। और अगर फीमेल हेटेरोजाइगस है दैन वो सिर्फ कैरियर होएगी, ठीक है।
नेक्स्ट हैगा फिनाइल कीटोन्यूरिया। फिनाइल कीटोन्यूरिया एक मैटाबॉलिक डिसऑर्डर है बच्चे। इस ਦੇ ਵਿੱਚ ਸਾਨੂੰ ਇਹ ਡਿਸਆਰਡਰ ਜੋ ਹੈ ਇੱਕ ਇੰਜ਼ਾਈਮਸ ਦੀ ਐਬਸੈਂਸ ਕਰਕੇ ਹੁੰਦਾ ਹੈ। तो एक्चुअली फिनाइल एलानिन जो है वो एक इंजाइम की प्रेजेंस ਦੇ ਵਿੱਚ टायरोसिन ਚ चेंज हो जाता है। सो ये ਜਿਹੜਾ डिसऑर्डर है उस ਦੇ ਵਿੱਚ ਉਹ ਇੰਜ਼ਾਈਮ ਪ੍ਰੋਡਿਊਸ नहीं ਹੁੰਦਾ, ਜਿਸ ਦੇ ਨਾਲ ਜਿਹੜਾ ਫਿਨਾइल कीटोन्यूरिया ਐਕੂਮੂਲੇਟ ਹੋਣ ਲੱਗ ਜਾਂਦਾ ਹੈ ਬੋਡੀ ਦੇ ਵਿੱਚ, ठीक है। और उस दे नाल जिहड़ा है ये ब्रेन ते अटैक करता है, कई तरह के ब्रेन ते डिसऑर्डर्स, मैंटल रिटार्डेशन, ब्रेन रिटार्डेशन इस दे नाल हुंदा है। सो ये सानू इस तरह डिजीज़ का पता चल जाता है कि पैडिग्री दे नाल आपां नूं पता चल गया कि ये किस तरह का डिसऑर्डर है। पहली गल तो ऑटोजोमल डिसऑर्डर है क्योंकि कोई पैटर्न फॉलो नहीं हो रहा और स्किपिंग ऑफ जनरेशन हो रही है, हर जनरेशन दे विच नहीं आ रहा और इफेक्टेड बच्चों के नॉर्मल पेरेंट्स भी हो सकते हैं, ठीक है। सो इस आप सब कुछ इतों एनालाइज किया। सो इट इज़ एन एग्जाम्पल ऑफ ऑटोजोमल रिसेसिव पेडिग्री। बच्चे ये मैं NCERT का थोड़ा डायग्राम लिया है जो कि बहुत इंपॉर्टेंट है, दोनों केसेस शो कर रहा है, ऑटोजोमल डोमीनेंट भी शो कर रहा है, ऑटोजोमल रिसेसिव शो कर रहा है। आई थिंक बहुत इंटरेस्टिंग है, हम थोड़ा बिल्कुल क्लीयर हो जाएगा। फर्स्ट एग्जाम्पल है, सब तो पहला देखो कि कोई जनरेशन की स्किपिंग नहीं हो रहा। सो इस दे विच भी है, इस दे विच भी है, इस तीनों जनरेशन च आ गया। तो व्हाट इज़ दिस इज़ डोमीनेंट, ठीक है। दैन फीमेल जो है वो किस नू पास कर रही है, फीमेल किनू पास कर रही है, फीमेल सन नू भी पास कर रही है, डॉटर नू भी पास कर रही है। सो इत्थे की है, इत्थे डॉटर इफेक्टेड है और उसकी मैरिज हो गई, मेटिंग हो गई, उन्होंने 3 बच्चे आ गए 1 2 3 और तीनों के विचों डॉटर किनू पास कर रही है, डॉटर नू पास कर रही है। सो कोई इत्थे अपना क्रिस क्रॉस पैटर्न नहीं बन रहा। सो पहली गल की है ऑटोजोम है, दूसरी गल की है डोमीनेंट है। सो इसका एग्जाम्पल जो है वो मायोटोनिक डिस्ट्रॉफी है जो कि एक मस्कुलर डिसऑर्डर है बच्चे। और उस तो बाद की है ऑटोजोमल रिसेसिव। ऑटोजोमल रिसेसिव देखो पेरेंट्स नॉर्मल पेरेंट्स, लेकिन नॉर्मल पेरेंट्स से जेडे अगे ऑफस्प्रिंग्स आ रहे हैं वो डिफेक्टिव आ रहे हैं। आ देखो आ दोनों नॉर्मल है, उन्होंने 3 अगे बच्चे आए और तीनों के विचों जेडे उन्होंने मेल हैगा वो डिफेक्टिव आ रहा है। सो दिस इज़ एन एग्जाम्पल ऑफ वॉट ऑटोजोमल, लेकिन एक की है रिसेसिव है, तो स्किपिंग ऑफ जनरेशन हो रही है। नेक्स्ट, सो दिस इज़ वन मोर एग्जाम्पल ऑफ ऑटोजोमल रिसेसिव। फर्स्ट ऑफ ऑल स्किपिंग ऑफ जनरेशन है, फर्स्ट जनरेशन डिजीज़ आ रही है, दूसरी जनरेशन कोई डिजीज़ नहीं आ रही, इट इज़ एबसेंट। और ये जो कपल मीटिंग हो रही है तो इस दे विच फिर डिजीज़ आ रही है, ठीक है। सो ये जो एग्जाम्पल है एक इसका एग्जाम्पल है, इट इज़ ऑटोजोमल रिसेसिव। नेक्स्ट, ओके, नाउ वी कम टू द सेक्स लिंक्ड डोमीनेंट पेडिग्रीज। सब तो पहला तो बच्चे हुण आई थिंक तुहानूं बिल्कुल क्लीयर हो गया। पहला तो डोमीनेंट देख लो, देखो इस जनरेशन भी आ रहा है, इस जनरेशन भी आ रहा है, इत्थे भी आ रहा है, तो उत्थे भी। सारी जनरेशन के विच जिहड़े डिफेक्ट है वो आ रहा है, डोमीनेंट है। मेल फीमेल इक्वली इफेक्टेड है, फादर पासिस टू ऑल द डॉटर्स। सी दिस इज डिजीज्ड फादर मैरिंग अ नॉर्मल फीमेल, लेकिन इस फादर जिहड़ा हैगा ये अपना डिफेक्टिव जीन किनू पास कर रहा है, डॉटर नू, डॉटर नू, डॉटर नू। सो देयर इज़ अ पैटर्न। सो जिहड़ा मेल है, मेल किनू पास कर रहा है, फीमेल नू कर रहा है, अपनी डॉटर्स नू, और फीमेल्स अगे कित्थे पास कर रही हैं, अपने सन नू। सी सो सैक्स का इनहेरिटेंस का एक पैटर्न बन रहा है। सो ए ट्रेट इज़ कॉमन इन पेडिग्री, ठीक है। सो व्हाट यू आर सेइंग, फादर अपनी सारी डॉटर्स नू पास कर रहा है, ठीक है। सो ये मैन दे विच रेयर होंदा है क्योंकि मैन दे कोल आपां नूं पता है इक्को ही एक्स क्रोमोजोम होएगा, अगर उहदे ते जीन आ गई तां ही वो डिफेक्ट होएगा, अदरवाइज नहीं होएगा। सो फादर सारी डॉटर्स नूं पास कर रहा है, कोई जनरेशन की स्किपिंग नहीं हो रही, हर जनरेशन दे विच डिफेक्ट आ रहा है, मेल फीमेल भी आर इक्वली लाइकली टू बी इफेक्टेड। सो एक किसका केस है, एक्स लिंक डोमिनेंट पेडिग्री। सो सी दिस one more simple example of X-linked dominant. First see the dominant, affected, affected, affected. Sari generation it is 1 to 3, all generations are affected. So obviously it is dominant. Now see, this is the female, female affected है, female किनू पास कर रही है, female पास कर रही है अपने son नू, ठीक है, फीमेल सन नू कर रही है। उस तो बाद तुसी नेक्स्ट जनरेशन देखो, ये मेल है जो डिफेक्टिव है, मेल फीमेल का क्रॉस है, मेल किनू पास कर रहे हैं, अपनी डॉटर नू पास कर रहे हैं, अपनी डॉटर नू पास कर रहे हैं। सो केड़ा पैटर्न है, इट इज़ क्रिस क्रॉस पैटर्न। सो इट इज़ एन एग्जाम्पल ऑफ एक्स लिंक्ड बट डोमिनेंट, राइट। नाउ
Now we have the next or the last one, which is X-linked recessive pedigrees. सब तो पहला रिसेसिव कितना है, फटाफट पेडिग्री देखो, एकदम देखते सार ਤੁਹਾਨੂੰ पता चल जाएगा इस जनरेशन च है, इन्होंने मीटिंग की, अगे उन्होंने बच्चे आए, देयर इज नो डिजीज, इत्थे मीटिंग हो रही है, नो डिजीज, इत्थे आ गया. सो स्किपिंग ऑफ जनरेशन हो रही है, ट्रेट स्किप्स जनरेशन. दिस इज वेरी इंपॉर्टेंट पॉइंट. इट इज़ रेयर इन पेडिग्री और रेयर है, और स्किपिंग ऑफ जनरेशन हो रही है. इफेक्टेड फादर डोंट पास टू देयर सन्स. अगर फादर इफेक्टेड है, सी दिस, ए फादर इफेक्टेड है, फादर इफेक्ट है, लेकिन वो अपने सन नू नहीं पास कर रहा. फादर किनू पास करेगा, अगे अपनी डॉटर्स नू पास करेगा. इत्थे जिहड़े है इस केस दे विच फादर डिफेक्टिव है, ठीक है. फादर जिहड़ा है उसदे विच डिजीज़ है, लेकिन फादर तो कित्थे जीन जा रही है, फादर अपनी डॉटर्स नू दे रहा है, लेकिन डॉटर्स उसनू एक्सप्रैस नहीं कर रहे, बिकॉज डॉटर्स की ने, वो कैरियर्स ने, दे ओनली कैरी द डिजीज़. और नेक्स्ट जनरेशन दे विच डिजीज़ कित्थे जा रही है माय डियर स्टूडेंट्स, सन्स नू जा रही है. देखो, ठीक है, यानी फादर तो कित्थे जा रही है, डॉटर च जा रही है, बट डॉटर कैरियर है, डिजीज नहीं है, और अगे डॉटर किनू पास कर रही है, सन नू पास कर रही है. ठीक. सो फ्रॉम फादर टू डॉटर, फ्रॉम डॉटर टू सन. सो फादर तो ग्रैंड सन दे विच जाएगी थ्रू डॉटर. दिस इज कॉल्ड क्रिस क्रॉस इनहेरिटेंस, राइट. सो फीमेल्स इत्थे कैरियर हैं, और फीमेल की कर रहे ने, पास करती है फ्रॉम मॉम टू सन. फीमेल्स आर कैरियर्स. So I hope students this is very clear to you. One more examples of X-linked recessive. So this is female and this is male. First of all you can see that इत्थों कित्थे जा रही है, ये फीमेल है, फीमेल किनू पास कर रही है, अपने सन नू पास कर रही है. और जो दोनों ही पेरेंट्स डिजीज ने, मेल एंड फीमेल, तो उन्होंने 3 बच्चे हैं. देखो 3 बच्चे हैं, तो 3 बच्चों के विच जिहड़ी हैगी है अगे पास हो रही है. फीमेल एंड मेल जिहड़े हैं वो दोनों जो हैं वो डिजीज आ रहे हैं. ठीक है. सो इस केस दे विच देखो इत्थे जिहड़ा हैगा एक चाइल्ड इज़ नॉट इफेक्टेड, और अगे जिहड़ी है इन्हां तो पास हो रही है, 4 बच्चे आ रहे हैं इन्हां दे. ठीक है. सो एक ही हो रहा है, ये जिहड़ा मेल है वो डिजीज आ रहा है. सो फीमेल तो डॉटर च गई, डॉटर चो अगे मेल दे विच जा रही है. सो दिस इज अनदर एग्जाम्पल ऑफ सेक्स लिंक्ड इनहेरिटेंस. सो दैट्स ऑल स्टूडेंट्स, थैंक यू सो मच. आई होप थानू अज का ये टॉपिक बहुत अच्छी तरह समझ आ गया होगा. पेडिग्री एनालिसिस इज एन वेरी इंपॉर्टेंट टॉपिक फ्रॉम बोथ बोर्ड एज वेल एज कॉम्पिटिटिव एग्जाम्स ऑफ यू. सो थैंक यू सो मच बच्चे. हैव अ नाइस डे.